ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਬੇਹੱਦ ਗਰਮੀ ਪਈ ਹੈ। 44 ਡਿਗਰੀ ਤੱਕ ਤਾਪਮਾਨ ਰਿਹਾ। ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਕਣੀ, ਝੱਖੜ ਝੁੱਲੇ ਦੀ, ਹਨੇਰੀ ਦੀ ਕੋਈ ਸੰਭਾਵਨਾ ਨਹੀਂ ਹੈ, ਇੱਕ ਪੈਸੇ ਦੀ ਵੀ। ਨਾ ਲੰਘੇ ਕੱਲ੍ਹ 24 ਘੰਟਿਆਂ 'ਚ ਮੀਂਹ ਕਿਤੇ ਆਇਆ, ਨਾ ਆਉਂਦੇ 48 ਘੰਟਿਆਂ ਦੇ ਵਿੱਚ ਮੌਸਮ ਖੁਸ਼ਗਵਾਰ ਹੋਣ ਦੀ ਆਸ ਹੈ। ਗਰਮੀ ਤਿੱਖੀ ਹੋਰ ਹੋਣੀ ਹੈ ਅਤੇ 44 ਤੋਂ ਲੈ ਕੇ 45-46 ਡਿਗਰੀ ਤੱਕ ਤਾਪਮਾਨ ਹੈ ਜਿਹੜਾ ਉਹ ਆਉਂਦੇ ਇੱਕ ਹਫ਼ਤੇ ਦੇ ਵਿੱਚ ਹੋਣ ਦੀ ਆਸ ਪ੍ਰਗਟਾਈ ਗਈ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੇ ਵਿੱਚ ਕਈ ਨੇਤਾਵਾਂ ਦੇ ਕੋਲੋਂ ਖੁੱਸੀ ਹੋਈ ਸੁਰੱਖਿਆ ਛਤਰੀ ਨਾਲ ਸੰਬੰਧਿਤ। ਬਹੁਤ ਸਾਰੇ ਨੇਤਾ ਪੰਜਾਬ ਦੇ ਵਿੱਚ ਇਹੋ ਜਿਹੇ ਆ ਜਿਹੜੇ ਕਿ 30-30, 35-35 ਸੁਰੱਖਿਆ ਕਰਮਚਾਰੀ ਨਾਲ ਰੱਖਦੇ ਰਹੇ ਆ, ਪਰ ਉਹਨਾਂ ਦੀ ਸੁਰੱਖਿਆ ਛਤਰੀ ਛਾਂਗ ਕੇ ਅੱਧੀ ਤੋਂ ਵੀ ਅੱਧੀ ਕਰ ਦਿੱਤੀ ਗਈ ਹੈ। ਪਰ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਹੋਰ ਮਹੱਤਵਪੂਰਨ ਜਿਹੜੀ ਬਣਦੀ ਹੈ। ਲੰਘੇ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਦੋਸ਼ ਲਾਇਆ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਮੈਨੂੰ ਕਨਸੋ ਪ੍ਰਾਪਤ ਹੋਈ ਆ, ਮੈਨੂੰ ਸੂਚਨਾਵਾਂ ਪ੍ਰਾਪਤ ਹੋਈਆਂ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸਿੱਖਾਂ ਨੂੰ ਘੱਟ ਗਿਣਤੀ ਸੂਚੀ ਦੇ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੇਕਰ ਇਹ ਗੱਲ ਸਹੀ ਹੈ ਤਾਂ ਇੱਦਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਕਿਉਂਕਿ 47 ਤੋਂ ਲੈ ਕੇ ਹੁਣ ਤੱਕ ਸਿੱਖਾਂ ਨੇ ਬਹੁਤ ਕੁਝ ਆਪਦੇ ਪਿੰਡੇ ਦੇ ਉੱਤੇ ਹੰਢਾਇਆ ਅਤੇ ਸਿੱਖਾਂ ਨੂੰ ਹਮੇਸ਼ਾ ਘੱਟ ਗਿਣਤੀ ਦੇ ਵਿੱਚ ਹੀ ਰੱਖਿਆ ਗਿਆ। ਸਿੱਖਾਂ ਦੇ ਮੂਹਰੇ ਦਰਪੇਸ਼ ਚੁਣੌਤੀਆਂ ਬਹੁਤ ਆ। ਸਿੱਖ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਆ ਸਮਾਜ ਦੇ ਵਿੱਚ, ਭਾਵੇਂ ਉਹ ਅਸੀਂ ਦੇਸ਼ ਦੇ ਅੰਨ ਦੀ ਗੱਲ ਕਰੀਏ ਅਤੇ ਦੇਸ਼ ਦੀ ਰਾਖੀ ਦੀ ਗੱਲ ਕਰੀਏ ਜਾਂ ਕਿਸੇ ਵੀ ਤਰੀਕੇ ਦੀ ਗੱਲ ਕਰੀਏ। ਉਹਨਾਂ ਨੇ ਕਿਹਾ ਜੀ ਕਿ ਬਹੁਤ ਵੱਡੀਆਂ ਕਾਮਯਾਬੀਆਂ ਅਤੇ ਬਹੁਤ ਵੱਡੀਆਂ ਪ੍ਰਾਪਤੀਆਂ ਸਾਡੀਆਂ ਹੈਗੀਆਂ, ਪਰ ਸਿੱਖਾਂ ਨੂੰ ਘੱਟ ਗਿਣਤੀ ਦੀ ਸੂਚੀ ਦੇ ਵਿੱਚੋਂ ਬਾਹਰ ਕੱਢਣਾ ਬਿਲਕੁਲ ਗਲਤ ਹੋਊਗਾ। ਜੇਕਰ ਜਿਹੜੀ ਕਨਸੋ ਪ੍ਰਾਪਤ ਹੋਈ ਹੈ ਇਹ ਗੱਲ ਸਹੀ ਹੈ ਤਾਂ ਇਹਦੇ ਉੱਤੇ ਕਾਂਟਾ ਫੇਰਿਆ ਜਾਵੇ। ਸਿੱਖ ਆ ਜਿਹੜੇ ਉਹ ਘੱਟ ਗਿਣਤੀ ਦੇ ਵਿੱਚ ਹੀ ਰਹਿਣੇ ਚਾਹੀਦੇ ਆ। ਹੁਣ ਇਹ ਜਾਣਕਾਰੀ ਸਿੰਘ ਸਾਹਿਬ ਨੂੰ ਕਿਵੇਂ ਪ੍ਰਾਪਤ ਹੋਈ ਹੈ, ਕਿੱਥੋਂ ਪ੍ਰਾਪਤ ਹੋਈ ਹੈ, ਕਿਵੇਂ ਪ੍ਰਾਪਤ ਹੋਈ ਹੈ, ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ। ਪਰ ਜੇਕਰ ਇਹ ਗੱਲ ਸੱਚੀ ਹੈ ਤਾਂ ਫਿਰ ਕੇਂਦਰ ਦੀ ਸਰਕਾਰ ਨੂੰ ਇਵੇਂ ਨਹੀਂ ਕਰਨਾ ਚਾਹੀਦਾ, ਇਹ ਗੱਲ ਨਿੱਠ ਕੇ ਕਹਿਣੀ ਚਾਹੀਦੀ ਹੈ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਸੁਰੱਖਿਆ ਛਤਰੀ ਕਈ ਨੇਤਾਵਾਂ ਦੀ ਛਾਂਗੇ ਜਾਣ ਨਾਲ ਸੰਬੰਧਿਤ। ਮੈਂ ਕਦੇ ਇਸ ਗੱਲ ਦੇ ਉੱਤੇ ਹੈਰਾਨ ਹੁੰਦਾ ਕਿ ਜੇਕਰ ਆਮ ਬੰਦਾ ਇਹ ਗੱਲ ਕਹੇ ਜੀ ਕਿ ਮੇਰੀ ਜਾਨ ਨੂੰ ਖਤਰਾ, ਉਹਨੂੰ ਕੋਈ ਨਹੀਂ ਪੁੱਛਦਾ, ਬੇਰਾਂ ਵੱਟੇ ਕੋਈ ਨਹੀਂ ਸਿਆਣਦਾ। ਬੰਦਾ ਥਾਣੇ ਦੇ ਵਿੱਚ ਜਾ ਕੇ ਇਹ ਕਵੇ, ਮਾਤੜ ਬੰਦਾ ਸਾਈਕਲ ਦੇ ਉੱਤੇ ਜਾਵੇ, ਪਜਾਮਾ ਕੁੜਤਾ ਉਹਦਾ ਪਾਟਿਆ ਹੋਵੇ, ਉਹਦੇ ਟੁੱਟੀ ਜਿਹੀ ਚੱਪਲ ਪਾਈ ਹੋਵੇ, ਉਹਦੀ ਵੀ ਬੱਦਰ ਕਦੇ ਨਿਕਲ ਜਾਂਦੀ ਹੋਵੇ, ਉਹਦੇ ਹੱਥ ਦੇ ਵਿੱਚ ਵਿਆਹੀਆਂ ਪਈਆਂ ਹੋਣ, ਉਹਨੂੰ ਕੋਈ ਉੱਥੇ ਬੈਂਚ ਦੇ ਉੱਤੇ ਬਹਿਣ ਨਹੀਂ ਦਿੰਦਾ ਗਾ, ਉਹਨੂੰ ਉੱਥੇ ਹੀ ਭਜਾ ਦਿੰਦੇ ਆ ਵੀ ਚੱਲ ਇੱਥੇ ਨਹੀਂ ਬਹਿਣਾ ਗਾ। ਪਰ ਜੇਕਰ ਕੋਈ ਤਕੜਾ ਸਰਦਾ ਪੁੱਜਦਾ ਬੰਦਾ ਹੋਵੇ ਉਹਦੀ ਚਾਕਰੀ ਵੀ ਹੁੰਦੀ ਹੈ। ਇਹ ਸਮੇਂ ਦੇ ਉੱਤੇ ਅਸੀਂ ਦੇਖਦੇ ਆਏ ਹਾਂ ਹੁਣ ਤੱਕ। ਹੁਣ ਸਾਰਾ ਕੁਝ ਬਦਲ ਜਾਵੇ ਇਹਦੀ ਅਸੀਂ ਕਾਮਨਾ ਵੀ ਚਲੋ ਕਰਦੇ ਹਾਂ, ਪਰ ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਆਮ ਬੰਦੇ ਨੂੰ ਤਾਂ ਖਤਰਾ ਕੋਈ ਪੈਦਾ ਹੁੰਦਾ ਨਹੀਂ। ਤੁਸੀਂ ਆ, ਮੈਂ ਆ, ਜਾਂ ਕੋਈ ਵੀ ਹੋਰ ਮੋਟਰਸਾਈਕਲ ਸਵਾਰ ਹੋਵੇ, ਕੋਈ ਪੈਦਲ ਹੋਵੇ, ਕੋਈ ਸਾਈਕਲ ਸਵਾਰ ਹੋਵੇ, ਉਹਨੂੰ ਖਤਰਾ ਇਸ ਗੱਲ ਦਾ ਤਾਂ ਹੈਗਾ ਵੀ ਰਾਹ ਦੇ ਵਿੱਚ ਯਾਰ ਲੁਟੇਰੇ ਨਾ ਪੈ ਜਾਣ, ਕਿਤੇ ਪਤਾ ਨਹੀਂ ਹੁੰਦਾ ਲੁੱਟ ਖੋਹ ਕਰਨ ਵਾਲੇ ਕਿੱਥੇ ਦਾਤ ਮਾਰ ਦੇਣ। ਅੱਜ ਕੱਲ੍ਹ ਇਹੋ ਜਿਹਾ ਮਾਹੌਲ ਚੱਲਦਾ, ਪਰ ਉੱਦਾਂ ਤਾਂ ਖਤਰਾ ਕੋਈ ਨਹੀਂ ਵੀ ਭਾਈ ਗੋਲੀਆਂ ਚੱਲੀ ਜਾਂਦੀਆਂ, ਇੱਦਾਂ ਦੇ ਖਤਰੇ ਦੀ ਖਬਰ ਬਹੁਤ ਘੱਟ ਆਉਂਦੀ ਆ। ਪਰ ਜਿਹੜੇ ਸਾਡੇ ਰਾਜਨੀਤਿਕ ਨੇਤਾ ਉਹਨਾਂ ਨੂੰ ਖਤਰਾ ਬਹੁਤ ਵੱਡਾ, ਉਹ ਸਾਬਕਾ ਹੋ ਕੇ ਵੀ ਖਤਰੇ ਦੇ ਘੁੱਗੂ ਦੇ ਵਿੱਚ ਰਹਿੰਦੇ ਆ, ਅਤੇ ਜਦੋਂ ਵਰਤਮਾਨ ਨੇਤਾ ਹੁੰਦੇ, ਜਦੋਂ ਉਹਨਾਂ ਦੇ ਕੋਲ ਕੋਈ ਅਹੁਦਾ ਹੁੰਦਾ ਤਾਂ ਫਿਰ ਵੀ ਖਤਰੇ ਦੇ ਘੁੱਗੂ ਦੇ ਵਿੱਚ ਹੈ। ਤਾਂ ਮੇਰੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਵੀ ਯਾਰ ਜਦੋਂ ਚਾਰੇ ਪਾਸੇ ਨੇਤਾ ਬਣਨ ਤੋਂ ਬਾਅਦ ਖਤਰਾ ਹੀ ਖਤਰਾ, ਜਾਨ ਨੂੰ ਖਤਰਾ, ਇੱਧਰੋਂ ਵੀ ਖਤਰਾ, ਇੱਧਰੋਂ ਵੀ ਖਤਰਾ, ਅਤੇ ਆਪਾਂ ਰਾਜਨੀਤੀ ਤੋਂ ਵਡੇਵੇਂ ਲੈਣੇ, ਫਿਰ ਰਾਜਨੀਤੀ ਨੂੰ ਛੱਡ ਦਈਏ, ਆਪਾਂ ਰਾਜਨੀਤੀ ਨੂੰ ਅਲਵਿਦਾ ਕਹਿ ਦਈਏ। ਜ਼ਿੰਦਗੀ ਸੁਰੱਖਿਅਤ ਰਹਿਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਇਹ ਆ। ਇਹ ਗੱਲਾਂ ਮੈਂ ਤਾਂ ਕਰਕੇ ਕਹਿ ਰਿਹਾ ਕਿਉਂਕਿ ਲੰਘੇ ਕੱਲ੍ਹ ਇੱਕ ਸਾਬਕਾ ਵਿਧਾਇਕ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਭਗਵੰਤ ਮਾਨ ਸਰਕਾਰ ਸਾਡੀ ਸਿਕਿਉਰਿਟੀ ਛਾਂਗੀ ਜਾਂਦੀ ਹੈ। ਜੇ ਕਿਸੇ ਕੋਲ 15 ਗਨਮੈਨ ਆ ਉਹਦੇ 4 ਰਹਿ ਗਏ, ਕਿਸੇ ਕੋਲ 20 ਆ ਉਹਦੇ ਕੋਲ 5 ਰਹਿ ਗਏ, ਕਿਸੇ ਕੋਲ 11 ਸੀ ਉਹਦੇ ਕੋਲ 2 ਰਹਿ ਗਏ, ਕੁਛ ਇੱਦਾਂ ਦਾ ਹੋਇਆ। ਉਹ ਕਹਿੰਦੇ ਵੀ ਜਿਸ ਦਿਨ ਕਿਸੇ ਨੇਤਾ ਦਾ ਕੋਈ ਨੁਕਸਾਨ ਹੋ ਗਿਆ ਭਗਵੰਤ ਮਾਨ ਸਰਕਾਰ ਨੂੰ ਫਿਰ ਪਤਾ ਲੱਗੂਗਾ। ਅਤੇ ਮੈਂ ਮਨ ਦੇ ਵਿੱਚ ਇਹ ਸੋਚੀ ਜਾਂਦਾ ਵੀ ਤੁਹਾਡੀ ਉਮਰ ਲੰਮੀ ਹੋਵੇ, ਤੁਸੀਂ ਸਾਰੇ ਨੇਤਾ ਚੜ੍ਹਦੀ ਕਲਾ ਦੇ ਵਿੱਚ ਰਹੋ, ਤੁਹਾਡੇ ਵੈਰੀ ਮੁੱਕ ਜਾਣ, ਅਸੀਂ ਤਾਂ ਇਹਦੀ ਕਾਮਨਾ ਕਰਦੇ ਹਾਂ, ਤੁਹਾਨੂੰ ਕਦੇ ਤੱਤੀ ਵਾਰ ਨਾ ਲੱਗੇ। ਅਤੇ ਜੇ ਤੁਹਾਨੂੰ ਇਸ ਗੱਲ ਦਾ ਖਤਰਾ ਵੀ ਭਾਈ ਸਾਡੀ ਜਾਨ ਤਾਂ ਸੁਰੱਖਿਆ ਦੇ ਵਿੱਚ ਹੈ ਨਹੀਂ ਗੀ, ਜੇਕਰ ਗਨਮੈਨ ਹੈ ਨਹੀਂ ਗੇ, ਤਾਂ ਤੁਸੀਂ ਇਹ ਕਿਉਂ ਨਹੀਂ ਕਰਦੇ ਵੀ ਰਾਜਨੀਤੀ ਨੂੰ ਬਿਲਕੁਲ ਅਲਵਿਦਾ ਕਹਿ ਦਿਓ। ਤੁਸੀਂ ਕਹੋ ਜੀ ਕਿ ਮੈਂ ਤਾਂ ਰਾਜਨੀਤੀ ਕਰਨੀ ਹੀ ਨਹੀਂ, ਮੈਂ ਤਾਂ ਹੋ ਗਿਆ ਕਾਮਨ ਮੈਨ, ਮੈਂ ਤਾਂ ਆਮ ਆਦਮੀ ਬਣ ਗਿਆ, ਮੈਂ ਹੁਣ ਸਕੂਟਰ 'ਤੇ ਜਾਵਾਂ, ਮੋਟਰਸਾਈਕਲ 'ਤੇ ਜਾਵਾਂ, ਕਾਰ 'ਤੇ ਜਾਵਾਂ, ਜੀਪ 'ਤੇ ਜਾਵਾਂ, ਟਰਾਲੇ 'ਤੇ ਜਾਵਾਂ, ਸਮੱਸਿਆ ਹੀ ਕੋਈ ਨਹੀਂ। ਜਦੋਂ ਤੁਸੀਂ ਨੇਤਾ, ਤੁਹਾਨੂੰ ਤਾਂ ਖਤਰਾ ਪੈਦਾ ਹੁੰਦਾ। ਆਮ ਬੰਦੇ ਬਣ ਜਾਓ, ਆਮ ਬੰਦੇ ਨੂੰ ਕਿੱਥੇ ਖਤਰਾ। ਇਸ ਕਰਕੇ ਰਾਜਨੀਤੀ ਨੂੰ ਕਹਿ ਦਿਓ ਅਲਵਿਦਾ। ਜਦੋਂ ਵੋਟਾਂ ਲੈਣੀਆਂ ਉਦੋਂ ਆਪਾਂ ਕਹਿੰਦੇ ਜੀ ਕਿ ਸੇਵਾ ਕਰਨੀ ਆ, ਜਦੋਂ ਸੇਵਾ ਕਰਨ ਦਾ ਮੌਕਾ ਮਿਲਦਾ ਉਦੋਂ ਕਹਿੰਦੇ ਗਨਮੈਨ ਲੈਣੇ ਆ, ਜਦੋਂ ਗਨਮੈਨ ਵਾਪਸ ਲੈ ਜਾਂਦੇ ਆ ਉਦੋਂ ਕਹਿੰਦੇ ਨੇ ਖਤਰਾ ਪੈਦਾ ਹੋ ਜਾਊਗਾ। ਅਤੇ ਫਿਰ ਬਾਈ ਲੋਕ ਕਿਹੜੇ ਪਾਸੇ ਜਾਣ, ਕਿਹੜੇ ਟੱਠੇ ਖੂਹ ਦੇ ਵਿੱਚ ਪੈਣ।
ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਕਿਵੇਂ ਸੁਰੱਖਿਆ ਛਤਰੀ ਕਿਹਦੀ ਛਾਂਗੀ ਗਈ ਹੈ, ਕਿਹੜੇ ਨੇਤਾਵਾਂ ਦੀ ਛਾਂਗੀ ਗਈ ਹੈ, ਕਿਉਂ ਛਾਂਗੀ ਗਈ ਹੈ, ਤੇ ਉਹ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਹੁਣ ਕਿੱਥੇ ਤਾਇਨਾਤ ਕੀਤੇ ਗਏ ਆ। ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ VIP ਸਿਕਿਉਰਿਟੀ ਨੂੰ ਲੈ ਕੇ ਫਿਰ ਭਗਵੰਤ ਮਾਨ ਸਰਕਾਰ ਦੀ ਅਗਵਾਈ ਵਾਲੀ ਸਰਕਾਰ ਨੇ ਕੈਂਚੀ ਚਲਾਈ ਹੈ। ਪੰਜਾਬ ਦੇ 8 ਨੇਤਾਵਾਂ ਦੀ ਸੁਰੱਖਿਆ ਦੇ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ ਹੈ। ਇਹਨਾਂ ਨੇਤਾਵਾਂ ਦੇ ਵਿੱਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਲ ਨੇ। ਸੁਰੱਖਿਆ ਕਟੌਤੀ ਤੋਂ ਬਾਅਦ 127 ਪੁਲਿਸ ਕਰਮਚਾਰੀ ਤੇ 9 ਪਾਇਲਟ ਵਾਹਨ ਵਾਪਸ ਲੈ ਲਏ ਗਏ ਨੇ। ਮਾਨ ਸਰਕਾਰ ਦਾ ਕਹਿਣਾ ਹੈ ਕਿ ਹੁਣ ਜਨਤਾ ਦੀ ਸੁਰੱਖਿਆ ਲਈ ਪੁਲਿਸ ਥਾਣੇ ਦੇ ਵਿੱਚ ਇਹਨਾਂ ਨੂੰ ਵਾਪਸ ਲਿਆਂਦਾ ਗਿਆ। ਪੰਜਾਬ ਪੁਲਿਸ ਨੇ ਬੀਬੀ ਬਾਦਲ ਨੂੰ Z ਸਿਕਿਉਰਿਟੀ ਕੈਟਾਗਰੀ 'ਚ ਰੱਖਿਆ ਸੀ। ਉਹਨਾਂ ਦੇ ਕੋਲੇ 13 ਕਰਮਚਾਰੀ ਤੇ 1 ਸਰਕਾਰੀ ਗੱਡੀ ਸੀ। ਹੁਣ ਉਹਨਾਂ ਦੀ ਸੁਰੱਖਿਆ Y ਕੈਟਾਗਰੀ ਕਰ ਦਿੱਤੀ ਗਈ ਹੈ। ਉਹਨਾਂ ਦੇ ਕੋਲੇ ਸਿਰਫ 11 ਕਰਮਚਾਰੀ ਹੋਣਗੇ, 2 ਕਰਮਚਾਰੀ ਤੇ ਸਰਕਾਰੀ ਗੱਡੀ ਵਾਪਸ ਲੈ ਲਈ ਗਈ ਹੈ। ਬੀਬੀ ਰਜਿੰਦਰ ਕੌਰ ਭੱਠਲ ਦੇ ਕੋਲੇ 36 ਪੁਲਿਸ ਕਰਮਚਾਰੀ ਤੇ 3 ਸਰਕਾਰੀ ਗੱਡੀਆਂ ਸਨ। ਉਹਨਾਂ ਦੇ ਕੋਲੇ Y ਕੈਟਾਗਰੀ ਦੀ ਸਿਕਿਉਰਿਟੀ ਸੀ। ਹੁਣ ਉਹਨਾਂ ਦੇ ਕੋਲੇ 28 ਪੁਲਿਸ ਕਰਮਚਾਰੀ ਤੇ 3 ਵਹੀਕਲ ਵਾਪਸ ਲੈ ਲਏ ਗਏ ਨੇ। ਬੀਬੀ ਭੱਠਲ ਦੀ ਸਿਕਿਉਰਿਟੀ ਦੇ ਵਿੱਚ ਹੁਣ ਸਿਰਫ 8 ਪੁਲਿਸ ਕਰਮਚਾਰੀ ਹੋਣਗੇ। ਸੁਨੀਲ ਜਾਖੜ ਸਾਹਿਬ ਨੇ ਜਿਹੜੇ ਇਹਨਾਂ ਦੇ ਕੋਲੇ Z ਸਿਕਿਉਰਿਟੀ ਦੀ ਕੈਟਾਗਰੀ ਸੀ, ਇਹਨਾਂ ਦੇ ਕੋਲੇ 14 ਪੁਲਿਸ ਕਰਮਚਾਰੀ ਤੇ 1 ਸਰਕਾਰੀ ਗੱਡੀ ਸੀ। ਮਾਨ ਸਰਕਾਰ ਦਾ ਤਰਕ ਹੈ ਕਿ ਇਹਨਾਂ ਨੂੰ ਹੁਣ ਕੋਈ ਵੀ ਖਤਰਾ ਨਹੀਂ। 12 ਪੁਲਿਸ ਕਰਮਚਾਰੀ ਤੇ ਗੱਡੀ ਵਾਪਸ ਲੈ ਲਈ ਗਈ ਹੈ। OP ਸੋਨੀ ਸਾਹਿਬ ਜਿਹੜੇ ਕਿ ਸਾਬਕਾ ਕਾਂਗਰਸੀ ਡਿਪਟੀ CM ਨੇ, ਇਹਨਾਂ ਨੂੰ Z ਸਿਕਿਉਰਿਟੀ ਦੀ ਕੈਟਾਗਰੀ 'ਚ ਰੱਖਿਆ ਗਿਆ ਸੀ। ਇਹਨਾਂ ਦੇ ਕੋਲੇ 37 ਕਰਮਚਾਰੀ ਤੇ 1 ਗੱਡੀ ਸੀ। ਹੁਣ ਗੱਡੀ ਤੇ 19 ਕਰਮਚਾਰੀ ਵਾਪਸ ਲੈ ਲਏ ਗਏ ਨੇ। ਕੇਵਲ ਸਿੰਘ ਢਿੱਲੋਂ ਜਿਹੜੇ ਸਾਬਕਾ ਵਿਧਾਇਕ ਆ, ਇਹਨਾਂ ਨੂੰ Y+ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਸੀ। ਇਹਨਾਂ ਦੇ ਕੋਲੇ 11 ਪੁਲਿਸ ਕਰਮਚਾਰੀ ਤੇ 1 ਗੱਡੀ ਸੀ। ਹੁਣ ਸਰਕਾਰ ਨੇ ਇਹ ਵਾਪਸ ਲੈ ਲਏ ਨੇ। ਵਿਜੇਂਦਰ ਸਿੰਗਲਾ ਜਿਹੜੇ ਕਿ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਨੇ, ਇਹਨਾਂ ਨੂੰ ਵੀ Z ਸਿਕਿਉਰਿਟੀ ਦੇ ਵਿੱਚ ਰੱਖਿਆ ਗਿਆ ਸੀ। 22 ਕਰਮਚਾਰੀ ਤੇ 1 ਗੱਡੀ ਸੀ। ਹੁਣ ਇਹਨਾਂ ਦੇ ਕੋਲੋਂ 18 ਪੁਲਿਸ ਕਰਮਚਾਰੀ ਤੇ ਗੱਡੀ ਵਾਪਸ ਲੈ ਲਈ ਗਈ ਹੈ। ਸਿਰਫ 4 ਗਨਮੈਨ ਰਹਿਣਗੇ। ਪਰਮਿੰਦਰ ਸਿੰਘ ਪਿੰਕੀ ਜਿਹੜੇ ਕਿ ਸਾਬਕਾ ਕਾਂਗਰਸੀ ਵਿਧਾਇਕ ਨੇ, ਇਹਨਾਂ ਨੂੰ Z ਸਿਕਿਉਰਿਟੀ ਮਿਲੀ ਸੀ। ਇਹਨਾਂ ਦੀ ਸੁਰੱਖਿਆ ਦੇ ਵਿੱਚ 28 ਪੁਲਿਸ ਕਰਮਚਾਰੀ ਤੇ 1 ਵਾਹਨ ਸੀ। 26 ਪੁਲਿਸ ਕਰਮਚਾਰੀ ਤੇ ਗੱਡੀ ਵਾਪਸ ਲੈ ਲਈ ਗਈ ਹੈ। ਨਵਤੇਜ ਸਿੰਘ ਚੀਮਾ ਜਿਹੜੇ ਕਿ ਸਿੱਧੂ ਸਾਹਿਬ ਦੇ ਕਰੀਬੀ ਨੇ, ਇਹਨਾਂ ਨੂੰ Y+ ਸਿਕਿਉਰਿਟੀ ਦੀ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਸੀ। 13 ਪੁਲਿਸ ਕਰਮਚਾਰੀ ਤੇ 1 ਵਾਹਨ ਸੀ। ਹੁਣ ਇਹਨਾਂ ਦੇ ਕੋਲੇ ਸਿਰਫ 2 ਗਨਮੈਨ ਹੋਣਗੇ। 11 ਗਨਮੈਨ ਤੇ ਗੱਡੀ ਵਾਪਸ ਲੈ ਲਈ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਹੜੇ ਵੀ ਨੇਤਾ ਨੇ ਉਹ ਆਮ ਬੰਦੇ ਹੋਣ ਤੇ ਭਾਵੇਂ ਖਾਸ ਦੇ ਬੰਦੇ ਹੋਣ, ਅਸੀਂ ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਮੈਂ ਪਰ ਇਸ ਗੱਲ ਦੇ ਉੱਤੇ ਹੈਰਾਨ ਹਾਂ ਵੀ ਜੇਕਰ ਆਪਣੇ ਹਲਕੇ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਭਾਵੇਂ ਕੋਈ ਵੀ ਨੇਤਾ, ਭਾਵੇਂ ਆਮ ਆਦਮੀ ਪਾਰਟੀ ਦਾ ਹੋਵੇ, ਭਾਵੇਂ ਕਿਸੇ ਹੋਰ ਦਾ ਹੋਵੇ, ਜੇਕਰ ਉਹ ਲੋਕਾਂ ਦੀ ਕਸਵੱਟੀ ਦੇ ਉਹਦੇ ਖਰੇ ਉਤਰਦੇ ਆ ਤਾਂ ਲੋਕ ਹੀ ਉਹਨਾਂ ਦੀ ਸੁਰੱਖਿਆ ਕਰਦੇ ਆ। ਮੈਂ ਕੈਨੇਡਾ ਦੇ ਵਿੱਚ ਦੇਖਿਆ, ਹੋਰ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਤੇ ਦੇਖਿਆ, ਕਦੇ ਉੱਥੇ ਕਿਸੇ ਨੇਤਾ ਨੂੰ ਖਤਰਾ ਨਹੀਂ ਪੈਦਾ ਹੋਇਆ। ਉੱਥੇ ਪ੍ਰਧਾਨ ਮੰਤਰੀ ਵੀ ਕਈ ਵਾਰ ਆਪਦੀ ਗੱਡੀ ਆਪ ਚਲਾ ਕੇ ਆਉਂਦਾ। ਉੱਥੇ ਵਿਰੋਧੀ ਧਿਰ ਦੇ ਨੇਤਾ ਵੀ ਆਪਦੀ ਗੱਡੀ ਆਪ ਚਲਾ ਕੇ ਆਉਂਦੇ ਆ। ਉੱਥੇ ਜਿਹੜੇ MP ਆ ਉਹ ਵੀ ਆਪਦੀ ਗੱਡੀ ਆਪ ਚਲਾਉਂਦੇ। ਮੰਤਰੀ ਸਾਹਿਬਾਨ ਵੀ ਕਈ ਵਾਰ ਆਪਦੀ ਗੱਡੀ ਆਪ ਚਲਾਉਂਦੇ। ਜੇਕਰ ਕੋਈ ਹੋਰ ਗੱਡੀ 'ਚ ਹੋਵੇ ਤਾਂ 1-2 ਜਾਣੇ ਹੁੰਦੇ ਆ, ਇੱਕੋ ਗੱਡੀ ਦੇ ਵਿੱਚ ਸਵਾਰ ਹੁੰਦੇ ਆ। ਮੈਂ ਜ਼ਿੰਦਗੀ ਦੇ ਵਿੱਚ ਹਾਲੇ ਤੱਕ ਕਦੇ ਕਾਫਲਾ ਨਹੀਂ ਦੇਖਿਆ ਵੀ 5-7 ਗੱਡੀਆਂ ਜਿਹੜੀਆਂ ਉਹ ਮੰਤਰੀ ਦੇ ਬਾਹਰਲੇ ਮੁਲਕ ਦੇ ਵਿੱਚ ਮੂਹਰੇ ਫਿਰਦੀਆਂ ਤੇ 5-7 ਹੀ ਮਗਰ ਤੇ ਵਿੱਚ ਜੈਮਰ ਵਾਲੀਆਂ ਗੱਡੀਆਂ ਫਿਰਦੀਆਂ। ਇਹ ਇੱਥੇ ਹੀ ਆ ਸਾਰਾ ਕੁਝ ਭਾਰਤ ਦੇ ਵਿੱਚ, ਤੇ ਇਹ ਇੱਥੇ ਹੀ ਆ ਪੰਜਾਬ ਦੇ ਵਿੱਚ, ਜਿਹੜੇ ਪੰਜਾਬ ਦੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ। ਆਮ ਲੋਕਾਂ ਨੂੰ ਪੁਲਿਸ ਮੁਲਾਜ਼ਮ ਘੱਟ ਆ ਕਿਉਂਕਿ ਉਹਨਾਂ ਨੂੰ ਸੁਰੱਖਿਆ ਚਾਹੀਦੀ ਆ। ਆਮ ਲੋਕਾਂ ਦੇ ਮਸਲੇ ਹੱਲ ਹੋਣੇ ਚਾਹੀਦੇ। ਥਾਣਿਆਂ ਦੇ ਵਿੱਚ ਗਿਣਤੀ ਪੂਰੀ ਨਹੀਂ, ਪਰ ਨੇਤਾਵਾਂ ਦੇ ਆਲੇ ਦੁਆਲੇ ਪੂਰਾ ਇਸ ਵੇਲੇ ਕੜੀ ਬਣੀ ਹੋਈ ਆ। ਭਾਈ ਕਾਰਨ ਕੀ ਆ? ਜੇਕਰ ਇੰਨਾ ਹੀ ਖਤਰਾ, ਮੈਂ ਇਹ ਨਹੀਂ ਗੱਲ ਕਹਿਣਾ ਫਲਾਣੇ ਨੇਤਾ ਨੂੰ, ਮੈਂ ਇਹ ਗੱਲ ਅਕਾਲੀ ਦਲ ਦੇ ਆਗੂਆਂ ਨੂੰ ਵੀ ਕਹਿਣਾ, ਆਪ ਵਾਲਿਆਂ ਨੂੰ ਵੀ ਕਹਿਣਾ, ਬਸਪਾ ਵਾਲਿਆਂ ਨੂੰ ਵੀ ਕਹਿਣਾ, BJP ਵਾਲਿਆਂ ਨੂੰ ਵੀ ਕਹਿਣਾ, ਕਾਂਗਰਸੀਆਂ ਨੂੰ ਵੀ ਕਹਿਣਾ, ਜੇਕਰ ਭਾਈ ਤੁਹਾਨੂੰ ਇੰਨਾ ਹੀ ਖਤਰਾ ਤੇ ਫਿਰ ਰਾਜਨੀਤੀ ਨੂੰ ਗੁੱਡ ਬਾਏ ਕਹਿ ਦਿਓ। ਰਾਜਨੀਤੀ ਨੂੰ ਗੁੱਡ ਬਾਏ ਕਹੋ, ਨਾਲੇ ਟੱਬਰ ਸੁਰੱਖਿਅਤ, ਨਾਲੇ ਆਪਾਂ ਸੁਰੱਖਿਅਤ, ਕੋਈ ਹੋਰ ਕੰਮ ਕਰ ਲੈਂਦੇ ਆ। ਜੇ ਸੇਵਾ ਕਰਨ ਕਰਕੇ ਵੀ ਖਤਰਾ ਪੈਦਾ ਹੁੰਦਾ ਤੇ ਫਿਰ ਇਹ ਭਾਈ ਆਪਾਂ ਖਤਰਾ ਸਹਿੜਨਾ ਕਿਉਂ ਆ? ਮੈਂ ਨਹੀਂ ਦੇਖਿਆ ਕਦੇ ਬੀਬੀ ਇੰਦਰਜੀਤ ਕੌਰ ਜਿਹੜੇ ਕਿ ਪਿੰਗਲਵਾੜੇ ਦੇ ਸੰਚਾਲਕ ਆ, ਉਹ ਵੀ ਸੇਵਾ ਕਰਦੇ ਆ, ਕਦੇ ਉਹਨਾਂ ਨੂੰ ਖਤਰਾ ਪੈਦਾ ਹੋਇਆ ਹੋਵੇ, Z ਸਿਕਿਉਰਿਟੀ ਮਿਲੀ ਹੋਵੇ। ਮੈਂ ਨਹੀਂ ਦੇਖਿਆ ਵੀ ਭਾਈ ਗੁਰਪ੍ਰੀਤ ਸਿੰਘ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਆ, ਉਹ ਵੀ ਸੇਵਾ ਕਰਦੇ ਆ, ਕਦੇ ਉਹਨਾਂ ਨੂੰ ਖਤਰਾ ਪੈਦਾ ਹੋਇਆ ਨਹੀਂ ਦੇਖਿਆ ਵੀ ਨਾਲ 10-15 ਗਨਮੈਨ ਤੁਰੇ ਫਿਰਦੇ ਹੋਣ। ਹੋਰ ਵੀ ਜਿਹੜੇ ਵੱਖ-ਵੱਖ ਲੋਕ ਸੱਚੀ ਮੁੱਚੀ ਸੇਵਾ ਕਰਦੇ ਆ, ਉਹਨਾਂ ਨੂੰ ਕਦੇ ਖਤਰਾ ਨਹੀਂ ਪੈਦਾ ਹੋਇਆ। ਫਿਰ ਇੱਥੇ ਹੀ ਖਤਰਾ ਕਿਉਂ ਪੈਦਾ ਹੁੰਦਾ? ਪਿੱਛੇ ਜੇ ਇੱਕ ਨੇਤਾ ਦੇ ਬਾਰੇ ਖਬਰ ਆਈ, ਉਹਦੇ ਕੋਲੇ 12-13 ਗਨਮੈਨ ਸੀ। ਇਹ ਗੱਲ ਹੋਣੀ 3-4 ਸਾਲ ਪੁਰਾਣੀ। ਉਹ ਬੰਦਾ ਆਪਣੇ ਕੁਝ ਕੁ ਜਿਹੜੇ ਬਾਹਰਲੇ ਮੁਲਕ ਦੇ ਵਿੱਚੋਂ ਆਉਂਦੇ ਸੀਗੇ ਦੋਸਤ ਮਿੱਤਰ, ਜਿਹੜੇ ਕਿ ਫੰਡਿੰਗ ਵੀ ਕਰਦੇ ਸੀ, ਕਈ ਤਰ੍ਹਾਂ ਦੇ ਹੋਰ ਵੀ ਸਾਂਝੇਦਾਰੀਆਂ ਹੋਣਗੀਆਂ, ਉਹ ਜਦੋਂ ਇੱਥੇ ਆਉਂਦਾ ਸੀ, ਭਾਵੇਂ 4 ਦਿਨ ਆਵੇ, ਭਾਵੇਂ 14 ਦਿਨ ਆਵੇ, ਭਾਵੇਂ ਮਹੀਨਾ ਰਵੇ, 4 ਗਨਮੈਨ ਉਹਨਾਂ ਦੇ ਨਾਲ ਜੋੜ ਦਿੰਦਾ ਸੀ।
ਕਹਿੰਦਾ ਸੀ ਵੀ ਚੱਲ ਕੋਈ ਗੱਲ ਨਹੀਂ ਯਾਰ, ਭਰਾਵਾਂ ਵਾਲੀ ਗੱਲ ਆ, ਤੇਰੇ ਕੋਲੇ ਗਨਮੈਨ ਕੀ ਤੇ ਮੇਰੇ ਕੋਲੇ ਗਨਮੈਨ ਕੀ। ਇਹ ਸਟੇਟਸ ਸਿੰਬਲ ਦਾ ਹਿੱਸਾ ਬਣ ਗਿਆ। ਬਹੁਤ ਸਾਰੇ ਨੇਤਾਵਾਂ ਨੂੰ ਗਨਮੈਨ ਦੀ ਲੋੜ ਨਹੀਂ, ਉਹਨਾਂ ਨੂੰ ਕੋਈ ਖਤਰਾ ਨਹੀਂ, ਕਿਸੇ ਕਿਸਮ ਦਾ ਕੋਈ ਖਤਰਾ ਨਹੀਂ। ਜੇ ਕੋਈ ਖਤਰਾ ਹੈ ਤਾਂ ਉਹਨਾਂ ਦੇ ਵੱਲੋਂ ਜੋ ਕੁਝ ਹੁਣ ਤੱਕ ਕੀਤਾ ਗਿਆ ਸ਼ਾਇਦ ਉਹਦੇ ਮੁਤਾਬਕ ਹੋਵੇ, ਪਰ ਅਸੀਂ ਚਾਹੁੰਦੇ ਵੀ ਕਿਸੇ ਨੂੰ ਕੋਈ ਖਤਰਾ ਪੈਦਾ ਨਾ ਹੋਵੇ, ਪੰਜਾਬ ਦੇ ਖਜ਼ਾਨੇ ਉੱਤੇ ਕੋਈ ਬੋਝ ਨਾ ਪਵੇ। ਤੇ ਆਮ ਆਦਮੀ ਪਾਰਟੀ ਨੂੰ ਵੀ ਬੇਨਤੀ ਆ ਕਿ ਭਾਈ ਤੁਹਾਨੂੰ ਵੀ ਕਦੇ ਗਨਮੈਨ ਨਹੀਂ ਮਿਲਣੇ ਚਾਹੀਦੇ। ਕਦੇ ਕਦੇ ਖਬਰਾਂ ਵੀ ਆਉਂਦੀਆਂ ਵੀ ਪੰਜਾਬ ਦੇ ਕੁਝ ਪੁਲਿਸ ਕਰਮਚਾਰੀ ਦਿੱਲੀ ਦੇ ਕੁਝ ਨੇਤਾਵਾਂ ਦੀ ਰਾਖੀ ਵੀ ਕਰਦੇ ਆ। ਇਹ ਵੀ ਮਾੜੀ ਗੱਲ ਆ। ਜੇਕਰ ਇਹ ਗੱਲ ਸੱਚੀ ਹੈ ਤਾਂ ਇਹ ਵੀ ਬੇਹੱਦ ਮਾੜੀ ਗੱਲ ਆ। ਆਮ ਲੋਕਾਂ ਦੀ ਰਾਖੀ ਕਰੋ ਜਿਨ੍ਹਾਂ ਨੇ ਕਤਾਰਾਂ ਦੇ ਵਿੱਚ ਖੜ ਕੇ ਵੋਟਾਂ ਪਾਈਆਂ। ਜਿਨ੍ਹਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਕੋਈ ਖਤਰਾ ਨਹੀਂ। ਬੰਦਾ ਚੋਣ ਹਾਰ ਜਾਵੇ ਇੱਕਦਮ ਇਸ ਤਰੀਕੇ ਦੇ ਨਾਲ ਆਰਥਿਕ ਤੌਰ ਤੇ ਝੰਬਿਆ ਜਾਂਦਾ। ਇਹਦੇ ਬਾਬਤ ਬੜੀ ਵੱਡੀ ਖਬਰ ਆਈ ਹੈ। ਕੈਪਟਨ ਸਾਹਿਬ ਐਤਕੀ ਹਾਰ ਗਏ, ਪਰ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਚੋਣ ਕਮਿਸ਼ਨ ਨੂੰ ਕਿ ਭਾਈ 39 ਲੱਖ ਰੁਪਈਆ ਚੋਣ ਤੇ ਖਰਚਾ ਆਇਆ, ਉਹਦੇ ਵਿੱਚੋਂ 25 ਲੱਖ ਰੁਪਈਆ ਉਧਾਰਾ ਫੜਿਆ। ਉਹ 25 ਲੱਖ ਰੁਪਈਆ ਇੱਕ ਸ਼ਰਾਬ ਕਾਰੋਬਾਰੀ ਦੇ ਕੋਲੋਂ ਆਇਆ। ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਮੁੱਦਾ ਬਣਾ ਲਿਆ। ਕੈਪਟਨ ਸਾਹਿਬ ਨੂੰ ਬੇਨਤੀ ਇਸ ਗੱਲ ਦੀ ਆ ਵੀ ਦੇਖੋ, ਆਪਾਂ ਰਾਜੇ ਮਹਾਰਾਜਿਆਂ ਦੇ ਪਰਿਵਾਰ ਦੇ ਵਿੱਚੋਂ ਆ ਤੇ ਬਹੁਤ ਲੰਮਾ ਸਮਾਂ ਸਿਆਸਤ ਦੇ ਉੱਤੇ ਰਾਜ ਵੀ ਕੀਤਾ। ਸਮਾਂ ਬਦਲ ਗਿਆ ਤੇ ਹੁਣ ਜਦੋਂ ਸਮਾਂ ਬਦਲਿਆ ਤੇ ਫਿਰ ਸ਼ਾਂਤ ਹੋ ਜਾਣਾ ਚਾਹੀਦਾ। ਉਹ ਜਿਵੇਂ ਕੁਲਦੀਪ ਮਾਣਕ ਸਾਹਿਬ ਕਹਿੰਦੇ ਹੁੰਦੇ ਸੀ ਵੀ ਭਰਿਆ ਮੇਲਾ ਛੱਡਣ ਦੇ ਵਿੱਚ ਹੀ ਫਾਇਦਾ। ਜਦੋਂ ਮੇਲਾ ਲੁੱਟਿਆ ਜਾਵੇ ਤੇ ਉੱਥੇ ਕੋਈ ਨਾ ਰਵੇ ਤੇ ਫਿਰ ਉੱਥੇ ਬਹਿਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾਗਾ। ਸੋ ਇਸ ਵਕਤ ਪੰਜਾਬ ਦੇ ਕਈ ਰਾਜਨੀਤਿਕ ਲੋਕਾਂ ਦਾ ਮੇਲਾ ਲੁੱਟਿਆ ਜਾ ਚੁੱਕਿਆ। ਉਹਨਾਂ ਨੇ ਮੇਲਾ ਲੁਟਾ ਦਿੱਤਾ, ਅਸਲ ਦੇ ਵਿੱਚ ਕੀਤਾ ਕੁਝ ਨਹੀਂ ਗਾ, ਮੇਲਾ ਲੁੱਟਿਆ ਗਿਆ। ਜਿਨ੍ਹਾਂ ਨੇ ਲੁੱਟ ਕੇ ਲਿਜਾਣਾ ਸੀ ਉਹ ਲੁੱਟ ਕੇ ਲੈ ਗਏ। ਜਿਵੇਂ ਅਖਬਾਰਾਂ ਦੇ ਵਿੱਚ ਖਬਰਾਂ ਲੱਗਦੀਆਂ ਹੁੰਦੀਆਂ, ਫਲਾਣੇ ਸੱਭਿਆਚਾਰਕ ਮੇਲੇ ਨੂੰ ਫਲਾਣੇ ਕਲਾਕਾਰ ਨੇ ਲੁੱਟਿਆ। ਉਹ ਜਿਹੜਾ ਲੁੱਟਣ ਵਾਲਾ ਸੀ ਲੁੱਟ ਕੇ ਲੈ ਗਿਆ, ਜਿਹੜਾ ਰਹਿਣ ਵਾਲਾ ਸੀ ਉਹ ਰਹਿ ਗਿਆ। ਸੋ ਇਸ ਕਰਕੇ ਪੰਜਾਬ ਦੇ ਨੇਤਾ ਨੇ ਜਿਹੜੇ ਉਹ ਹਾਰ ਤੋਂ ਸਬਕ ਸਿੱਖਣ, ਭਾਵੇਂ ਕਿਸੇ ਵੀ ਪਾਰਟੀ ਦੇ ਨੇਤਾ ਉਹ ਕਿਉਂ ਨਾ ਹੋਣ। ਉਹਨਾਂ ਨੂੰ ਚਾਹੀਦਾ ਕਿ ਉਹ ਇਸ ਵੇਲੇ ਸੋਚ ਵਿਚਾਰ ਬਣਾਉਣ ਵੀ ਅਸੀਂ ਹਾਰਦੇ ਕਿਉਂ ਆ ਜਾਂ ਅਸੀਂ ਹਾਰੇ ਕਿਉਂ ਆ ਤੇ ਭਵਿੱਖ ਦੇ ਵਿੱਚ ਅਸੀਂ ਜਿੱਤਣਾ ਕਿਵੇਂ। ਕੈਪਟਨ ਅਮਰਿੰਦਰ ਸਿੰਘ ਦੇ ਇਸ ਮਾਮਲੇ ਦੇ ਉੱਤੇ ਜਿਹੜਾ ਕਿ 25 ਲੱਖ ਰੁਪਏ ਉਹਨਾਂ ਨੇ ਇੱਕ ਸ਼ਰਾਬ ਕਾਰੋਬਾਰੀ ਦੇ ਕੋਲ ਉਧਾਰਾ ਫੜਿਆ, ਇਹਦੇ ਉੱਤੇ ਆਮ ਆਦਮੀ ਪਾਰਟੀ ਨੇ ਹੁਣ ਸ਼ਬਦਕ ਵਾਰ ਕੀਤਾ। ਚਲੋ ਭਾਈ ਸ਼ਰੀਕੇ ਭਾਈਚਾਰੇ ਦੀ ਗੱਲ ਆ, ਉਹਨਾਂ ਨੇ ਵਾਰ ਕਰਨਾ ਸੀ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਹੁਣ ਤੱਕ ਇਹੀ ਚੱਲਦਾ ਰਿਹਾ ਵੀ ਚੋਣਾਂ ਤੋਂ ਪਹਿਲਾਂ ਨੇਤਾਵਾਂ ਦੀ ਮਦਦ ਕਰਦੇ ਰਹੇ ਆ ਕਾਰੋਬਾਰੀ, ਤੇ ਚੋਣਾਂ ਦੇ ਵਿੱਚ ਸਫਲਤਾ ਤੋਂ ਬਾਅਦ ਨੇਤਾ ਕਰਦੇ ਰਹੇ ਆ ਕਾਰੋਬਾਰੀਆਂ ਦੀ ਮਦਦ। ਇਸ ਕਰਕੇ ਹੁਣ ਤੱਕ ਜਿਹੜੀ ਇਹ ਲੜੀ ਚੱਲਦੀ ਸੀ ਇਹ ਟੁੱਟ ਗਈ ਆ ਤੇ ਇਸ ਕਰਕੇ ਨਵੀਆਂ ਖਬਰਾਂ ਹੁਣ ਸਾਹਮਣੇ ਆਉਂਦੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਸਿਆਸਤ ਗਰਮਾ ਗਈ ਹੈ। ਕੈਪਟਨ ਨੇ ਇਸ ਵਾਰ ਚੋਣਾਂ ਦੇ ਵਿੱਚ ਸ਼ਰਾਬ ਠੇਕੇਦਾਰ ਦੇ ਕੋਲੋਂ ਉਧਾਰ ਲਿਆ, ਜਿਸ ਦਾ ਜ਼ਿਕਰ ਉਹਨਾਂ ਨੇ ਕਮਿਸ਼ਨ ਨੂੰ ਦਿੱਤੇ ਗਏ ਖਰਚੇ ਦੇ ਵਿੱਚ ਕੀਤਾ। ਕੈਪਟਨ ਨੇ ਕਿਹਾ ਕਿ ਐਤਕੀ ਉਹਨਾਂ ਨੇ ਚੋਣਾਂ ਦੇ ਉੱਤੇ 39 ਲੱਖ ਤੇ 67,000 ਰੁਪਈਆ ਖਰਚ ਕੀਤਾ। ਇਹਦੇ ਵਿੱਚੋਂ 25 ਲੱਖ ਰੁਪਈਆ ਉਹਨਾਂ ਨੇ ਉਧਾਰ ਲਿਆ। ਇਹ ਉਧਾਰ ਜਿਹੜੇ ਵਿਅਕਤੀ ਦੇ ਕੋਲੋਂ ਲਿਆ ਗਿਆ ਉਹ ਸ਼ਰਾਬ ਦਾ ਠੇਕੇਦਾਰ ਹੈ। ਇਹਦੀ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਕੈਪਟਨ ਦੇ ਉੱਤੇ ਤਨਜ਼ ਕੱਸਣ ਤੋਂ ਪਿੱਛੇ ਨਹੀਂ ਰਹੀ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ 9.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਉਹਨਾਂ ਨੇ ਸਿਸਵਾ ਫਾਰਮ ਹਾਊਸ ਖੜਾ ਕੀਤਾ। ਹੁਣ ਪਤਾ ਲੱਗਾ ਕਿ ਚੋਣਾਂ ਨੂੰ ਲੜਨ ਦੇ ਲਈ ਉਹਨਾਂ ਨੇ ਕਰਜ਼ਾ ਲਿਆ ਸੀ, ਉਹ ਵੀ ਇੱਕ ਸ਼ਰਾਬ ਠੇਕੇਦਾਰ ਦੇ ਕੋਲੋਂ। ਉਹਨਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੂੰ ਤਾਂ ਗੁਆਂਢੀ ਦੇਸ਼ ਦੇ ਵਿੱਚੋਂ ਵੀ ਫੰਡ ਆ ਸਕਦੇ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਇਹ ਸਭ ਕੁਝ ਪਹਿਲਾਂ ਤੋਂ ਹੀ ਚੱਲਦਾ ਰਹਿੰਦਾ ਕਿ ਪਹਿਲਾਂ ਕਾਰੋਬਾਰੀ ਨੇਤਾਵਾਂ ਦੀ ਫੇਵਰ ਕਰਦੇ ਨੇ ਤੇ ਸਰਕਾਰ ਬਣਨ ਦੇ ਉੱਤੇ ਨੇਤਾ ਉਹਨਾਂ ਵਪਾਰੀਆਂ ਦਾ ਸਹਿਯੋਗ ਕਰਦੇ ਨੇ। ਕੈਪਟਨ ਅਮਰਿੰਦਰ ਸਿੰਘ 9.5 ਸਾਲ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। 2002 ਤੋਂ ਲੈ ਕੇ 2007 ਤੱਕ ਕਾਂਗਰਸ ਦੇ ਵੱਲੋਂ ਉਹ ਮੁੱਖ ਮੰਤਰੀ ਬਣੇ। ਫਿਰ 17 ਦੇ ਵਿੱਚ ਸਰਕਾਰ ਬਣੀ ਤਾਂ ਕਾਂਗਰਸ ਨੇ ਉਹਨਾਂ ਨੂੰ ਮੁੜ ਮੁੱਖ ਮੰਤਰੀ ਬਣਾਇਆ। ਹਾਲਾਂਕਿ 2021 ਦੇ ਸਤੰਬਰ ਮਹੀਨੇ ਵਿੱਚ ਉਹਨਾਂ ਨੂੰ ਕੁਰਸੀ ਤੋਂ ਹਟਾ ਦਿੱਤਾ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਗਿਆ, ਜਿਸ ਤੋਂ ਬਾਅਦ ਕੈਪਟਨ ਨੇ ਕਾਂਗਰਸ ਨੂੰ ਛੱਡ ਦਿੱਤਾ। ਕਾਂਗਰਸ ਛੱਡਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਬਣਾਈ। ਪੰਜਾਬ ਦੇ ਵਿੱਚ ਭਾਜਪਾ ਨਾਲ ਗੱਠਜੋੜ ਕੀਤਾ। ਹਾਲਾਂਕਿ ਕੈਪਟਨ ਕੋਈ ਮੈਜਿਕ ਨਹੀਂ ਦਿਖਾ ਸਕੇ। ਉਹ ਗੱਠਜੋੜ ਦੇ ਉਮੀਦਵਾਰਾਂ ਨੂੰ ਜਿਤਾਉਣਾ ਤਾਂ ਦੂਰ, ਖੁਦ ਆਪਣੀ ਪਟਿਆਲੇ ਵਾਲੀ ਸੀਟ ਵੀ ਹਾਰ ਗਏ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੈਪਟਨ ਸਾਹਿਬ ਦਾ ਹਾਰਨਾ, ਇਸ ਰੁਤਬੇ ਦੇ ਉੱਤੇ ਪਹੁੰਚ ਕੇ ਹਾਰ ਜਾਣਾ, ਇਹ ਬਹੁਤ ਸਵਾਲ ਖੜੇ ਕਰਨ ਵਾਲੀਆਂ ਗੱਲਾਂ। ਇਹ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਕਿ ਅੰਮ੍ਰਿਤਸਰ ਦੇ ਵਿੱਚ ਜਾਂਦੇ ਆ, ਉੱਥੇ ਅਰੁਣ ਜੇਟਲੀ ਨੂੰ ਹਰਾ ਕੇ ਤੇ ਵਾਪਸ ਆ ਜਾਂਦੇ ਆ ਤੇ ਉਦੋਂ ਇਹਨਾਂ ਦੇ ਵੱਲੋਂ ਪਟਿਆਲੇ ਤੋਂ ਅੰਮ੍ਰਿਤਸਰ ਦੇ ਵਿੱਚ ਜਾਇਆ ਗਿਆ। ਮਤਲਬ ਇਹ ਆ ਵੀ ਉਹਨਾਂ ਦੀ ਭਰੋਸੇਯੋਗਤਾ ਇਸ ਕਦਰ ਸੀ ਵੀ ਲੋਕ ਅੰਮ੍ਰਿਤਸਰ ਦੇ ਵੀ ਪਲਕਾਂ ਤੇ ਮੋਹ ਦੇ ਦੀਵੇ ਬਾਲ ਕੇ ਉਡੀਕਦੇ ਸੀ। ਉਹੀ ਕੈਪਟਨ ਅਮਰਿੰਦਰ ਸਿੰਘ ਐਤਕੀ ਆਪਣੇ ਹਲਕੇ ਤੋਂ ਹਾਰ ਗਏ, ਐਤਕੀ ਆਪਣਾ ਹਲਕਾ ਵੀ ਨਹੀਂ ਜਿੱਤ ਸਕੇ। ਕਿੰਨੀ ਹੈਰਾਨੀ ਤੇ ਦੁੱਖ ਦੀ ਗੱਲ ਹੈ ਵੀ ਜਿੰਨੀਆਂ ਇਹਨਾਂ ਦੀ ਪਾਰਟੀ ਦੇ ਕੁੱਲ ਉਮੀਦਵਾਰਾਂ ਨੂੰ ਵੋਟਾਂ ਪਾਈਆਂ, ਉਹਦੇ ਨਾਲੋਂ ਵੱਧ ਨੋਟਾਂ ਦੇ ਬਟਨ ਨੂੰ ਵੋਟਾਂ ਪੈ ਗਈਆਂ, ਜਿਹੜੀਆਂ ਕਿ ਖਬਰਾਂ ਆ ਰਹੀਆਂ। ਸੋ ਮਤਲਬ ਕਹਿਣ ਦਾ ਇਹ ਹੈ ਵੀ ਆਉਂਦੇ ਸਮੇਂ ਦੇ ਵਿੱਚ ਭਾਵੇਂ ਕੋਈ ਕਿੰਨਾ ਵੀ ਵੱਡਾ ਨੇਤਾ ਕਿਉਂ ਨਾ ਹੋਵੇ, ਜੇਕਰ ਉਹ ਜਨਤਾ ਦੀ ਉਮੀਦ ਨੂੰ ਬੂਰ ਨਹੀਂ ਲਾਉਂਦਾ
ਤਾਂ ਫਿਰ ਉਹਦਾ ਹਾਲ ਮਾੜਾ ਹੀ ਹੋਊਗਾ, ਜਿਵੇਂ ਕਿ ਐਤਕੀ ਵੱਡੇ ਵੱਡੇ ਥੰਮ ਡਿੱਗੇ ਆ, ਭਵਿੱਖ ਦੇ ਵਿੱਚ ਵੀ ਡਿੱਗਦੇ ਰਹਿਣਗੇ। ਹੁਣ ਇਹ ਵੇਲਾ ਹੈਗਾ ਵੱਡੇ ਰਾਜਨੀਤਿਕ ਲੋਕਾਂ ਦੇ ਲਈ ਸੰਭਲਣ ਦਾ, ਤੇ ਜਿਹੜਾ ਨਵਾਂ ਪੂਰ ਉਹਨਾਂ ਦੀ ਅਗਵਾਈ ਦੇ ਵਿੱਚ ਪੈਦਾ ਹੋਣਾ, ਉਹਨਾਂ ਨੂੰ ਸੋਚ ਸਮਝ ਕੇ ਵਿਚਾਰ ਕਰਕੇ ਚੱਲਣ ਦਾ, ਕਿਉਂਕਿ ਜੇਕਰ ਉਹ ਸੋਚ ਸਮਝ ਕੇ ਨਾ ਚੱਲਣਗੇ ਹੋਊਗੀ ਉਹਨਾਂ ਦੇ ਨਾਲ ਵੀ ਮਾੜੀ। ਅਸੀਂ ਇਹ ਨਹੀਂ ਕਹਿੰਦੇ ਵੀ ਭਗਵੰਤ ਮਾਨ ਦੀ ਸਰਕਾਰ ਨੇ ਚਮਤਕਾਰ ਕਰ ਦਿੱਤਾ ਜਾਂ ਕਰੂਗੀ ਹੀ, ਜੋ ਕੁਝ ਕਰੂਗੀ ਸਭ ਦੇ ਸਾਹਮਣੇ ਆ ਜਾਣਾ, ਜੋ ਕੁਝ ਕੀਤਾ ਉਹ ਸਭ ਦੇ ਸਾਹਮਣੇ ਹੈ। ਪਰ ਗੱਲ ਇਹ ਹੈ ਵੀ 5 ਸਾਲ ਦਾ ਵਕਫਾ ਬਹੁਤ ਹੁੰਦਾ, 5 ਸਾਲ ਦੇ ਵਿੱਚ ਬਹੁਤ ਕੁਝ ਹੋ ਜਾਂਦਾ। ਇਹਨਾਂ 5 ਸਾਲਾਂ ਦੇ ਵਿੱਚੋਂ ਜੇਕਰ 4.5 ਸਾਲ ਸੌਂ ਕੇ ਕੱਢਤੇ ਤੇ ਫਿਰ ਆਖਰੀ 6 ਮਹੀਨੇ ਵੀ ਹੁਣ ਜਾਗਣ ਦੀ ਲੋੜ ਨਹੀਂ। ਸਾਰੀਆਂ ਪਾਰਟੀਆਂ ਦੇ ਲਈ ਇਹ ਗੱਲ ਜ਼ਰੂਰੀ ਹੈ ਕਿ ਉਹ ਜਾਗਦੇ ਰਹਿਣ, ਨਹੀਂ ਤਾਂ ਲੋਕ ਹੁਣ ਸਮਝ ਚੁੱਕੇ ਆ ਵੀ ਭਾਈ ਇੱਦਾਂ 6 ਮਹੀਨੇ ਜਾਗਣ ਵਾਲਿਆਂ ਨੂੰ ਅਸੀਂ ਨੇੜੇ ਨਹੀਂ ਢੁੱਕਣ ਦੇਣਾ। ਤੇ ਕੈਪਟਨ ਸਾਹਿਬ ਜੇਕਰ ਸ਼ਰਾਬ ਕਾਰੋਬਾਰੀ ਦੇ ਕੋਲੋਂ ਉਧਾਰ ਲੈਂਦੇ ਆ, ਚਲੋ ਹੱਥ ਉਧਾਰ ਦੇਣਾ ਲੈਣਾ ਬਣਿਆ ਆਇਆ, ਪਰ ਚੋਣਾਂ ਦੇ ਮੌਕੇ ਉਹਨਾਂ ਨੂੰ ਜੇਕਰ 39 ਲੱਖ ਤੇ 67-68 ਹਜ਼ਾਰ ਰੁਪਏ ਦਾ ਖਰਚਾ ਆਇਆ ਤੇ ਉਹਦੇ ਵਿੱਚੋਂ 25 ਲੱਖ ਰੁਪਈਆ ਭਾਈ ਉਧਾਰਾ ਮੰਗਣਾ ਪੈਂਦਾ, ਫਿਰ ਤਾਂ ਉਹ ਥੋੜ੍ਹੀ ਰਾਜੇ ਆ, ਫਿਰ ਤਾਂ ਜਿਹਨੇ ਉਧਾਰ ਦਿੱਤਾ ਉਹੀ ਰਾਜਾ। ਇਹ ਵੀ ਲੋਕ ਗੱਲ ਕਹਿੰਦੇ ਆ। ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਕਿਵੇਂ ਹੋਏ ਆ, ਬੜੀ ਵਾਰ ਅਸੀਂ ਖਬਰਾਂ ਸਾਂਝੀਆਂ ਕੀਤੀਆਂ। ਮੈਂ ਕਦੇ ਇਸ ਗੱਲ ਦੇ ਉੱਤੇ ਹੈਰਾਨ ਹੁੰਦਾ, ਨਾਲੇ ਤਾਂ ਲੋਕ ਇਹ ਗੱਲ ਕਰੀ ਜਾਣਗੇ ਜੀ ਨਾਲ ਕੁਛ ਜਾਂਦਾ ਨਹੀਂ, ਕਿਹੜਾ ਕਿਸੇ ਨੇ ਕੁਛ ਹਿੱਕ ਤੇ ਰੱਖ ਕੇ ਲੈ ਜਾਣਾ, ਇਹ ਮਿੱਟੀ ਦੀਆਂ ਢੇਰੀਆਂ ਇੱਥੇ ਹੀ ਰਹਿ ਜਾਣੀਆਂ, ਆ ਕਫਨ ਨੂੰ ਜੇਬ ਨਹੀਂ ਲੱਗੀ ਹੁੰਦੀ, ਸਿਕੰਦਰ ਦੇ ਹੱਥ ਵੀ ਖਾਲੀ ਗਏ ਆ, ਬੜੀਆਂ ਲੰਬੀਆਂ ਲੰਬੀਆਂ ਗੱਲਾਂ। ਤੇ ਪਰ ਜਦੋਂ ਵਾਰੀ ਆਉਂਦੀ ਆ ਆਪਣੀ, ਤੇ ਉਦੋਂ ਭਾਵੇਂ 500 ਰੁਪਏ ਦੀ ਕੁੰਡੀ ਲੱਗਦੀ ਹੋਵੇ ਤੇ ਭਾਵੇਂ 50 ਦੀ ਲੱਗਦੀ ਹੋਵੇ, ਲਾਉਂਦੇ ਜ਼ਰੂਰ ਆ। ਸਾਰੇ ਇੱਕੋ ਜਿਹੇ ਨਹੀਂ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਕੁਝ ਕਰਦੇ ਆ ਆਪੋ ਆਪਣੀ ਸਵੈ ਪੜਚੋਲ ਕਰਕੇ ਦੇਖ ਲਓ ਵੀ ਭਾਈ ਆਪਾਂ ਕਿੰਨੇ ਕੁ ਇਮਾਨਦਾਰ ਆ। ਲੋਕ ਇਹ ਗੱਲ ਕਹਿੰਦੇ ਵੀ ਭਾਈ ਆ ਜ਼ਮੀਨਾਂ ਗਹਿਣੇ ਗੱਟੇ ਇੱਥੇ ਰਹਿ ਜਾਣੇ ਆ, ਪਰ ਜਦੋਂ ਵੱਟ ਘੜ ਘੜ ਕੇ ਨਾਲ ਦੇ ਬੰਦੇ ਦੀ ਜ਼ਮੀਨ ਰਲਾਉਣੀ ਹੋਵੇ ਉਦੋਂ 1 ਇੰਚ 2 ਇੰਚ ਜ਼ਮੀਨ ਦੀ ਲਾਲਚ ਕਰਦੇ ਅਸੀਂ ਵੀ ਵੱਟ ਖੁਰਚ ਖੁਰਚ ਕੇ ਆਪਦੀ 1 ਇੰਚ ਵਧਾ ਲਈਏ। ਇਵੇਂ ਲੋਕ ਕੱਚੇ ਰਾਹਾਂ ਦੇ ਉੱਤੇ ਕਰਦੇ ਆ, ਕੱਚੇ ਰਾਹਾਂ ਨੂੰ ਖਿੱਚ ਕੇ ਆਪਦੇ ਵਾਲੇ ਪਾਸੇ ਮਿਲਾਈ ਜਾਂਦੇ ਆ, ਤੇ ਫਿਰ ਉਹਨਾਂ ਜ਼ਮੀਨਾਂ ਦੇ ਉੱਤੇ ਨਿਆਣੇ ਕਰ ਜਾਂਦੇ ਐਸ਼। ਕੋਈ ਨਸ਼ੇ 'ਚ ਲੱਗ ਜਾਂਦਾ, ਉਹ ਕਿਵੇਂ ਹੋਈ ਜਾਂਦਾ, ਕਦੇ ਲੜਾਈਆਂ ਪਾਈ ਜਾਂਦੀਆਂ, ਬਾਅਦ ਦੇ ਵਿੱਚ ਕਹਿਣਗੇ ਸਾਡੀ ਕਦਰ ਨਹੀਂ ਹੁੰਦੀ, ਸਾਡੀ ਘਰੇ ਸਤਿਕਾਰ ਹੈ ਨਹੀਂ ਗਾ। ਵੀ ਆਪਾਂ ਜੋ ਕੁਝ ਕਰਦੇ ਹਾਂ ਮੋੜਵੇਂ ਰੂਪ ਦੇ ਵਿੱਚ ਆਪਣੇ ਨਾਲ ਉਹੀ ਕੁਝ ਹੋਣਾ। ਇਹ ਗੱਲ ਬੜੀ ਕਲੀਅਰ ਹੈ ਵੀ ਜੇਕਰ ਤੁਸੀਂ ਕਿਰਦਾਰ ਦੇ ਪੱਖੋਂ ਇਮਾਨਦਾਰੀ ਦੇ ਪੱਖੋਂ ਨਹੀਂ ਠੀਕ, ਉਹ ਭਾਵੇਂ ਮੈਂ ਆ ਭਾਵੇਂ ਕੋਈ ਹੋਰ ਆ, ਉਹਦੇ ਨਾਲ ਹੋਣਾ ਤਾਂ ਮਾੜਾ ਹੀ ਆ। ਦੂਜੀ ਗੱਲ ਇਹ ਹੈਗੀ ਆ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਇਸ ਵੇਲੇ ਜਿਹੜੀ ਸਖਤੀ ਕੀਤੀ ਗਈ ਆ ਵੀ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੱਡ ਦਿਓ, ਬਹੁਤ ਵਧੀਆ ਗੱਲ ਆ। ਮੈਂ ਸੋਚਦਾ ਵੀ ਜਿਹੜੇ ਵੀ ਕਬਜ਼ਾ ਕਰਦੇ ਆ, ਭਾਵੇਂ ਉਹ ਰਸੂਖਦਾਰ ਲੋਕ ਆ ਤੇ ਭਾਵੇਂ ਆਮ ਲੋਕ ਆ, ਟੰਗਣੇ ਚਾਹੀਦੇ ਆ, ਪੁੱਠੇ ਟੰਗਣੇ ਚਾਹੀਦੇ ਆ, ਕਿਉਂਕਿ ਇਹ ਕੋਈ ਖੇਡ ਥੋੜ੍ਹੀ ਆ ਵੀ ਕਦੇ ਛੱਪੜ ਨੂੰ ਪੂਰ ਕੇ ਉਹਦਾ ਵਲਗੜ ਕਰ ਲਓ, ਕਦੇ ਜਿੱਥੇ ਜੀ ਕਰਦਾ ਆਪਾਂ ਉਸੇ ਰੂੜੀ ਲਾ ਲਈ, ਜਿੱਥੇ ਜੀ ਕਰਦਾ ਆਪਾਂ ਦੁਕਾਨ ਪਾ ਲਈ, ਜਿੱਥੇ ਜੀ ਕਰਦਾ ਜੀ ਆਪਾਂ ਉਹਦਾ ਹੋਰ ਕਾਰੋਬਾਰ ਸ਼ੁਰੂ ਕਰ ਲਿਆ। ਪੰਚਾਇਤੀ ਜ਼ਮੀਨਾਂ ਦੇ ਉੱਤੇ ਵੀ ਹਜ਼ਾਰਾਂ ਏਕੜ ਤੇ ਕਬਜ਼ੇ ਹੋਏ ਆ, ਤੇ ਸ਼ਹਿਰੀ ਖੇਤਰ ਦੀਆਂ ਜ਼ਮੀਨਾਂ ਦੇ ਉੱਤੇ ਵੀ ਬੜੇ ਲੋਕਾਂ ਨੇ ਕਬਜ਼ੇ ਕੀਤੇ ਆ। ਭਗਵੰਤ ਮਾਨ ਨੇ ਗੱਲ ਕਹੀ ਵੀ ਜੇ ਤਾਂ 31 ਮਈ ਤੱਕ ਤੁਸੀਂ ਆਪੇ ਕਬਜ਼ਾ ਛੱਡ ਦਿਓ ਤਾਂ ਬਹੁਤ ਵਧੀਆ, ਨਹੀਂ ਤਾਂ ਪੁਰਾਣੇ ਦੇ ਖਰਚੇ ਤੇ ਨਵਿਆਂ ਦੇ ਪਰਚੇ ਫਿਰ ਪਏ ਲਾਓ, ਤੇ ਫਿਰ ਨਾ ਕਹੋ ਵੀ ਭਾਈ ਸਰਕਾਰ ਨੇ ਆਹ ਕੁਝ ਕੀਤਾ ਬਹੁਤ ਵਧੀਆ, ਇਵੇਂ ਹੀ ਕਰੋ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਭਗਵੰਤ ਮਾਨ ਨੇ ਫਰਮਾਨ ਜਾਰੀ ਕੀਤਾ ਹੈ। ਮਾਨ ਨੇ ਨਜਾਇਜ਼ ਕਬਜ਼ੇ ਛੱਡਣ ਵਾਸਤੇ 31 ਮਈ ਤੱਕ ਦੀ ਤਰੀਕ ਦਿੱਤੀ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਬਜ਼ੇ ਨਾ ਛੱਡੇ ਗਏ ਤਾਂ ਪੁਰਾਣੇ ਖਰਚੇ ਤੇ ਪਰਚੇ ਦਰਜ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਕੀਤੇ ਨੇ, ਉਹ ਚਾਹੇ ਰਾਜਨੀਤਿਕ ਲੋਕ ਹੋਣ, ਅਫਸਰ ਜਾਂ ਫਿਰ ਕੋਈ ਵੀ ਰਸੂਖਦਾਰ ਹੋਵੇ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ 31 ਮਈ ਤੱਕ ਨਜਾਇਜ਼ ਕਬਜ਼ੇ ਛੱਡ ਦੇਣ, ਜ਼ਮੀਨਾਂ ਖਾਲੀ ਕਰ ਦਿਓ, ਨਹੀਂ ਤਾਂ ਫਿਰ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ। ਮਾਨ ਸਰਕਾਰ ਨੇ ਪੰਜਾਬ ਦੇ ਵਿੱਚ 31 ਮਈ ਤੱਕ 5000 ਏਕੜ ਪੰਚਾਇਤੀ ਜ਼ਮੀਨ ਖਾਲੀ ਕਰਾਉਣ ਦਾ ਟਾਰਗੇਟ ਰੱਖਿਆ। ਹਾਲਾਂਕਿ ਹੁਣ ਤੱਕ ਸਰਕਾਰ ਸਿਰਫ 300 ਏਕੜ ਜ਼ਮੀਨ ਹੀ ਛੁਡਾ ਸਕੀ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਹਾਲੀ, ਅੰਮ੍ਰਿਤਸਰ ਤੋਂ ਇਲਾਵਾ ਕਈ ਥਾਵਾਂ ਤੋਂ ਜ਼ਮੀਨਾਂ ਖਾਲੀ ਕਰਵਾ ਚੁੱਕੇ ਨੇ। ਕੁਝ ਥਾਵਾਂ ਦੇ ਉੱਤੇ ਉਹਨਾਂ ਨੂੰ ਕਿਸਾਨ ਯੂਨੀਅਨ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ, ਤੇ ਉਸ ਤੋਂ ਬਾਅਦ ਹੁਣ ਭਗਵੰਤ ਮਾਨ ਦੇ ਵੱਲੋਂ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਨਵੇਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ। ਸ਼ਾਬਾਸ਼ ਦੇਣੀ ਬਣਦੀ ਹੈ, ਸ਼ਲਾਘਾ ਕਰਨੀ ਬਣਦੀ ਹੈ। ਕੰਮ ਇਵੇਂ ਖਿੱਚ ਕੇ ਰੱਖਿਆ ਜਾਵੇ ਗੱਲ ਫੇਰ ਬਣਦੀ ਹੈ, ਕਿਉਂਕਿ ਜਿਹੜੇ ਲੋਕਾਂ ਦੇ ਕੋਲੋਂ ਕਬਜ਼ੇ ਛੁਡਵਾਏ ਆ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਆ ਜਿਨ੍ਹਾਂ ਨੇ ਕਿ ਕਈ ਦਹਾਕਿਆਂ ਤੋਂ ਕਬਜ਼ੇ ਕੀਤੇ ਹੋਏ ਸੀ। ਆ ਪਿਛਲੇ ਦਿਨੀ ਇੱਕ ਬਹੁਤ ਵੱਡੇ ਸੀਨੀਅਰ ਅਧਿਕਾਰੀ ਜਿਹੜਾ ਜ਼ਿਲ੍ਹੇ ਦਾ ਮਾਲਕ ਹੁੰਦਾ, ਜਿਹਦੀ ਹੁਣ ਮੌਤ ਹੋ ਗਈ ਹੈ, 1987 ਤੋਂ 20 ਏਕੜ ਤੋਂ ਵੱਧ ਜ਼ਮੀਨ ਦੇ ਉੱਤੇ ਉਹਨਾਂ ਨੇ ਕਬਜ਼ਾ ਕੀਤਾ ਸੀ। ਹੁਣ ਟੱਬਰ ਕਰੀ ਬੈਠਾ ਸੀ ਕਬਜ਼ਾ, ਉਹ ਜ਼ਮੀਨ ਛੁਡਵਾਈ ਹੈ। ਯਾਨੀ ਕਿ ਇਹੋ ਜਿਹੀਆਂ ਹੁਣ ਤੱਕ ਬਹੁਤ ਜ਼ਮੀਨਾਂ ਸਾਹਮਣੇ ਆਈਆਂ। ਚੰਗੀ ਗੱਲ ਆ, ਇੱਦਾਂ ਹੋਣਾ ਚਾਹੀਦਾ, ਕਬਜ਼ੇ ਛੁਡਵਾਉਣੇ ਚਾਹੀਦੇ ਆ ਤੇ ਆਪ ਹੀ ਛੱਡ ਦੇਣੇ ਚਾਹੀਦੇ ਆ। ਕਿਹੜੀ ਗੱਲੋਂ ਆਪਾਂ ਬੇਇੱਜ਼ਤੀ ਕਰਵਾਉਣੀ ਆ? ਸਭ ਦਾ ਫਰਜ਼ ਬਣਦਾ ਕਿ ਜਿਹੜੀ ਚੀਜ਼ ਦੇ ਉੱਤੇ ਸਾਡਾ ਹੱਕ ਹੈ ਨਹੀਂ ਗਾ, ਉਹ ਅਸੀਂ ਆਪ ਹੀ ਵਾਪਸ ਕਰ ਦਈਏ। ਜਿਹੜੀ ਚੀਜ਼ 'ਤੇ ਸਾਡਾ ਹੱਕ ਆ ਉਹਦੇ ਲਈ ਸੰਘਰਸ਼ ਕਰੀਏ। ਜਦੋਂ ਸਾਡੇ ਕੋਲੇ ਰਜਿਸਟਰੀ ਨਹੀਂ, ਸਾਡੇ ਕੋਲੇ ਇੰਤਕਾਲ ਨਹੀਂ, ਅਸੀਂ ਕਬਜ਼ਾ ਕਰੀ ਬੈਠੇ ਹਾਂ,
ਤੇ ਫਿਰ ਯਾਰ ਹੁਣ ਛੱਡ ਦੇਣਾ ਚਾਹੀਦਾ, ਹੋਰਾਂ ਨੂੰ ਮੌਕੇ ਮਿਲਣੇ ਚਾਹੀਦੇ ਆ, ਪੰਚਾਇਤੀ ਜ਼ਮੀਨਾਂ ਦੀ ਬੋਲੀ ਹੋਣੀ ਚਾਹੀਦੀ ਹੈ। ਸੋ ਇਸ ਤਰੀਕੇ ਦੀਆਂ ਗੱਲਾਂ, ਪਾਰਦਰਸ਼ੀ ਤਰੀਕੇ ਦੇ ਨਾਲ ਸਰਕਾਰ ਕੰਮ ਕਰੇ, ਮੰਤਰੀ ਸਾਹਿਬਾਨ ਕੰਮ ਕਰਨ, ਪੁਲਿਸ ਕੰਮ ਕਰੇ, ਵੈਰ ਵਿਰੋਧ ਦੀ ਭਾਵਨਾ ਨਾ ਰੱਖੀ ਜਾਵੇ। ਅਕਾਲੀ ਕਾਂਗਰਸੀ ਦੇ ਚੱਕਰ ਦੇ ਵਿੱਚ ਪੈਣ ਨਾਲੋਂ ਇਹ ਦੇਖਿਆ ਜਾਵੇ ਵੀ ਬੰਦਾ ਕੌਣ ਆ, ਕਬਜ਼ਾ ਕਿਹਨੇ ਕੀਤਾ, ਭਾਵੇਂ ਉਹ ਆਮ ਆਦਮੀ ਪਾਰਟੀ ਦਾ ਨੇਤਾ ਕਿਉਂ ਨਾ ਹੋਵੇ, ਐਮਐਲਏ ਕਿਉਂ ਨਾ ਹੋਵੇ, ਜੇਕਰ ਉਹਨੇ ਕਬਜ਼ਾ ਕੀਤਾ ਤਾਂ ਉਹਦੇ ਖਿਲਾਫ ਵੀ ਸਖਤੀ ਵਰਤਣੀ ਚਾਹੀਦੀ ਹੈ। ਇਹ ਸਮੇਂ ਦੀ ਜ਼ਰੂਰਤ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।